ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਬਾਬਾ ਬੰਤਾ ਸਿੰਘ ਜੀ ਦੀ ਕਥਾ ਸਰਵਣ ਕਰਨ ਦੇ ਲਈ ਆਪ ਜੀ ਸਾਡੇ ਚੈਨਲ ਸਿੱਖਲੋਜੀ ਟੀਵੀ ਨੂੰ ਸਬਸਕ੍ਰਾਈਬ ਕਰੋ ਅਤੇ ਬੈਲ ਆਈਕਨ ਪ੍ਰੈਸ ਕਰਨਾ ਤਾਂ ਕਿ ਤੁਹਾਨੂੰ ਹਰ ਇੱਕ ਵੀਡੀਓ ਦੀ ਨੋਟੀਫਿਕੇਸ਼ਨ ਮਿਲ ਸਕੇ। ਉਹਦਾ ਕਾਰਨ ਕਬੀਰ ਜੀ ਦੱਸਦੇ ਨੇ, ਕਹਿੰਦੇ ਇੱਥੇ ਪੂਰੇ ਗੁਰੂ ਵਿੱਚ ਕਸੂਰ ਨਹੀਂ ਹੈ। ਬਾਂਸ ਵਡਾਈ ਬੂਢਿਆ, ਕਬੀਰ ਬਾਂਸ ਵਡਾਈ ਬੂਢਿਆ ਉਮਤ ਡੂਬਾ ਕੋਏ, ਚੰਦਨ ਕੈ ਨਿਕਟੈ ਬਸੈ ਬਾਂਸ ਸੁਗੰਧ ਨਾ ਹੋਏ। ਜਿਨ੍ਹਾਂ ਦੀ ਲੱਕੜ ਦਾ ਰੰਚਕ ਮਾਤਰ ਮੁੱਲ ਨਹੀਂ ਹੈ, ਚੰਦਨ ਦੀ ਸੰਗਤ 'ਚ ਰਹਿ ਕੇ ਚੰਦਨ ਹੋਏ ਕਰੋੜਾਂ 'ਚ ਵਿਕ ਗਏ, ਤੇ ਬਾਂਸ ਨੂੰ ਹੰਕਾਰ ਬੜਾ ਹੈ ਕੱਦ ਕਾਠ ਤੇ ਸੁਹੱਪਣ ਤੇ, ਉਹ ਅਸਰ ਨਹੀਂ ਕਬੂਲਦਾ ਚੰਦਨ ਕੋਲ ਰਹਿੰਦਾ ਹੋਇਆ ਵੀ। ਤੇ ਮਾਰਕੀਟ ਵਿੱਚ ਵੇਖ ਲਓ, ਬਾਂਸ ਦਾ ਮੁੱਲ ਤੁੱਛ ਹੈ ਤੇ ਚੰਦਨ ਲੱਖਾਂ ਦਾ ਵਿਕਦਾ ਹੈ। ਸੋ ਕਮੀ ਉੱਥੇ ਬਾਂਸ ਵਿੱਚ ਹੈ, ਚੰਦਨ ਵਿੱਚ ਨਹੀਂ। ਖੈਰ, ਕਈ ਪਾਤਸ਼ਾਹ ਦੇ ਦਿਦਾਰੇ ਕਰਕੇ ਗੁਰੂ ਕੇ ਪਿਆਰੇ ਸਿੱਖ ਬਣ ਗਏ, ਪਰ ਭੀਮ ਚੰਦ ਦਾ ਸੁਭਾਅ ਕੁਝ ਬਾਂਸ ਵਰਗਾ ਹੈ। ਇੰਨੀਆਂ ਜੰਗਾਂ ਵਿੱਚ ਹਾਰ ਖਾਣ ਤੋਂ ਬਾਅਦ ਭੀਮ ਚੰਦ ਨੇ 22 ਧਾਰ ਦੇ ਰਾਜੇ ਲੈ ਕੇ ਵਿਚਾਰ ਕੀਤੀ ਵੀ ਜਿੰਨਾ ਚਿਰ ਦਿੱਲੀ ਤੋਂ ਸ਼ਾਹੀ ਫੌਜ ਆ ਕੇ ਮਦਦ ਨਹੀਂ ਕਰਦੀ, ਗੁਰੂ ਗੋਬਿੰਦ ਸਿੰਘ ਨੂੰ ਜਿੱਤਿਆ ਨਹੀਂ ਜਾ ਸਕਦਾ। ਔਰੰਗਜ਼ੇਬ ਨੂੰ ਚਿੱਠੀ ਲਿਖੀ ਗਈ। ਭੀਮ ਚੰਦ ਨੂੰ ਸਮਝ ਲੱਗੀ, ਕੀ ਸਮਝ ਪਈ ਹੈ, ਸਤਿਗੁਰ ਜੇ ਵਡੇ ਅਵਰ ਨਾ ਕੋਏ, ਗੁਰੂ ਦਾ ਮੁਕਾਬਲਾ ਨਹੀਂ ਹੋ ਸਕਦਾ। ਨੋ ਵਨ ਐਲਸ ਇਜ਼ ਐਜ਼ ਗ੍ਰੇਟ ਐਜ਼ ਗੁਰੂ ਗੋਬਿੰਦ ਸਿੰਘ, ਕੋਈ ਉਹਦਾ ਮੁਕਾਬਲਾ ਨਹੀਂ ਕਰ ਸਕਦਾ। ਇਹ ਸਮਝ ਲੱਗ ਗਈ ਆ ਭੀਮ ਚੰਦ ਨੂੰ। ਕਿਉਂ ਉਹਦਾ ਮੁਕਾਬਲਾ ਨਹੀਂ ਕਰ ਸਕਦਾ? ਗੁਰ ਪਾਰ ਬ੍ਰਹਮ ਪਰਮੇਸ਼ਰ ਸੋਏ, ਸਤਿਗੁਰ ਜੇ ਵਡੇ ਅਵਰ ਨਾ ਕੋਏ। ਕਿਉਂਕਿ ਗੁਰੂ ਪਾਤਸ਼ਾਹ ਉਸ ਖੁਦ ਖੁਦਾ ਦੇ ਸਰਗੁਣ ਸਰੂਪ ਨੇ, ਤੇ ਰੱਬ ਦੇ ਸਾਹਮਣੇ ਬੰਦਾ ਟਿਕ ਨਹੀਂ ਸਕਦਾ। ਔਰੰਗਜ਼ੇਬ ਨੂੰ ਇੱਕ ਚਿੱਠੀ ਲਿਖੀ ਗਈ। ਉਸ ਚਿੱਠੀ ਦੇ ਵਿੱਚ ਬੜੇ ਵਧਾ ਚੜਾ ਕੇ ਬਚਨ ਲਿਖੇ ਗਏ। ਵੇਖੋ ਜੀ, ਸਨਾਤਨ ਮਤ ਨੂੰ, ਹਿੰਦੂਇਜ਼ਮ ਨੂੰ ਰੱਖਣ ਦੇ ਲਈ ਗੁਰੂ ਤੇਗ ਬਹਾਦਰ ਸਾਹਿਬ ਨੇ ਸੀਸ ਦਿੱਤਾ, ਜਿਹਦੇ ਬਾਬਤ ਬਚਿੱਤਰ ਨਾਟਕ ਦੇ ਬੋਲ ਨੇ, ਤਿਲਕ ਜੰਜੂ ਰਾਖਾ ਪ੍ਰਭ ਤਾਂਕਾ। ਔਰ ਆਪਣੇ ਪਿਤਾ ਦਾ ਬਦਲਾ ਲੈਣ ਲਈ ਗੁਰੂ ਗੋਬਿੰਦ ਸਿੰਘ ਨੇ ਸਿਪਾਹੀ ਭਰਤੀ ਕਰ ਲਏ ਨੇ। ਚੰਗੇ ਘੋੜੇ, ਚੰਗੇ ਸ਼ਸਤਰ ਰੱਖਦੇ ਨੇ। ਆਇਆ ਔਰੰਗਜ਼ੇਬ, ਜੇ ਨੱਥ ਨਾ ਪਾਈ ਗਈ ਇਸ ਗੁਰੂ ਨੂੰ, ਤੇ ਤੇਰਾ ਦਿੱਲੀ ਦਾ ਤਖਤ ਪਲਟਾ ਦੇਵੇਗਾ ਏ। ਔਰ ਪਤਾ ਕੀ ਲਿਖਦੇ ਨੇ? ਕਹਿੰਦੇ ਭਾਰਤ ਵਰਸ਼ ਦੇ ਕਿਸੇ ਵੀ ਕੋਨੇ ਵਿੱਚ ਉਹ ਐਸੀ ਜਗ੍ਹਾ ਨਹੀਂ ਜਿੱਥੇ ਔਰੰਗਜ਼ੇਬ ਦੇ ਹੁਕਮ ਨੂੰ ਕੋਈ ਕੱਟਣ ਵਾਲਾ ਪੈਦਾ ਹੋਇਆ ਹੋਵੇ। ਔਰੰਗਜ਼ੇਬ ਦਾ ਐਲਾਨ ਸੀ, ਇਹ ਗੁਲਾਮ ਲੋਕ ਨੇ, ਦਸਤਾਰ ਨਹੀਂ ਧਾਰਨਗੇ, ਇਹ ਟੋਪੀਆਂ ਪਾਉਣਗੇ। ਉਹ ਦੁਮਾਲਾ ਬੰਨ੍ਹਦਾ ਹੈ, ਮੇਰਾ ਗੁਰਮਹਿਲੂ 'ਚ ਦੁਮਾਲਣਾ, ਸਾਬਤ ਸੂਰਤ ਦਸਤਾਰ ਸਿਰ, ਉਹਦੇ ਵੱਡੀ ਦਸਤਾਰ ਬੰਨ੍ਹਦੇ ਨੇ। ਤੂੰ ਕਹਿੰਦਾ ਹੈ ਗੁਲਾਮ ਲੋਕ ਕਲਗੀ ਨਹੀਂ ਲਾ ਸਕਦੇ। ਔਰੰਗਜ਼ੇਬ, ਉਹਦੀਆਂ ਕਲਗੀਆਂ ਦੇ ਵਿੱਚ ਹੀਰੇ ਜੜਤ ਨੇ, ਐਸੀਆਂ ਅਮੁੱਲੀਆਂ ਕਲਗੀਆਂ ਤੇਰੇ ਕੋਲ ਵੀ ਹੈ ਨਹੀਂ ਜਿਹੜੀ ਗੁਰੂ ਗੋਬਿੰਦ ਸਿੰਘ ਮਸਤਕ ਤੇ ਲਾ ਰਿਹਾ ਹੈ। ਤੂੰ ਕਹਿੰਦਾ ਹੈ ਕੋਈ ਤਖਤ ਤੇ ਨਹੀਂ ਬਹਿ ਸਕਦਾ। ਗੁਲਾਮ, ਜਾ ਕਿਤੇ ਨੰਦਾ ਦੀ ਪੁਰੀ ਚੋਂ ਖਬਰ ਮੰਗਵਾ, ਖੁਫੀਆ ਬੰਦੇ ਭੇਜ ਕੇ ਤੇਰੇ ਦਿੱਲੀ ਦੇ ਤਖਤ ਨੂੰ ਉੱਚਾ ਤਖਤ ਬਣਾਇਆ ਹੈ ਉਸਨੇ। ਤੂੰ ਕਹਿੰਦਾ ਹੈ ਗੁਲਾਮ ਨਗਾਰਾ ਨਹੀਂ ਵਜਾ ਸਕਦੇ, ਉਹ ਜਦੋਂ ਚੜ੍ਹਦਾ ਹੈ ਸ਼ਿਕਾਰ ਨੂੰ, ਉਹਨੇ ਰਣਜੀਤ ਨਗਾਰਾ ਬਣਾਇਆ ਹੈ, ਜਿਹਦੇ ਨਾਲ 22 ਧਾਰ ਦੀਆਂ ਵਾਦੀਆਂ ਗੂੰਜ ਉੱਠਦੀਆਂ ਨੇ। ਤੂੰ ਕਹਿੰਦਾ ਹੈ ਗੁਲਾਮ ਘੋੜੇ ਤੇ ਨਹੀਂ ਚੜ੍ਹ ਸਕਦੇ, ਉਹਦੇ ਕੋਲ ਅਰਬੀ ਘੋੜੇ ਨੇ। ਯਾਦ ਰੱਖ ਔਰੰਗਜ਼ੇਬ, ਇੱਕੋ ਇੱਕ ਭਾਰਤ ਵਰਸ਼ ਵਿੱਚ ਆਨੰਦਪੁਰ ਐਸਾ ਸ਼ਹਿਰ ਹੈ ਜਿੱਥੇ ਤੇਰਾ ਹੁਕਮ ਕੱਟਿਆ ਜਾ ਰਿਹਾ ਹੈ। ਤਿਲ ਮਿਲਾ ਉੱਠਿਆ ਔਰੰਗਜ਼ੇਬ ਇਹ ਚਿੱਠੀ ਪੜ੍ਹ ਕੇ। ਤਿਆਰੀ ਕੀਤੀ ਹੈ, ਲਾਹੌਰ ਦੇ ਸੂਬੇ ਨੂੰ ਹੁਕਮ ਭੇਜਿਆ ਹੈ, ਸੂਬਾ ਸਰਹੰਦ ਨੂੰ ਹੁਕਮ ਭੇਜਿਆ ਹੈ, ਕਸ਼ਮੀਰ ਦੇ ਸੂਬੇ ਨੂੰ ਹੁਕਮ ਭੇਜਿਆ ਹੈ, ਜਲੰਧਰ ਦੇ ਸੂਬੇ ਨੂੰ ਹੁਕਮ ਭੇਜਿਆ ਹੈ। ਅਸੀਂ 22 ਧਾਰ ਦੇ ਰਾਜੇ ਕਹਿੰਦੇ ਮਦਦ ਕਰਾਂਗੇ ਤੇਰੀ। ਇਸ ਗੁਰੂ ਗੋਬਿੰਦ ਸਿੰਘ ਨੇ ਜਿਹੜਾ ਤਖਤ ਲਾਇਆ ਹੈ ਨਾ, ਜਿਵੇਂ ਤੂੰ ਦਿੱਲੀ ਦੇ ਤਖਤ ਤੇ ਬਹਿ ਕੇ ਨਿਆਂ ਕਰਦਾ ਹੈ, ਲੋਕਾਂ ਦੇ ਨਿਆਂ ਵੀ ਕਰਨ ਲੱਗ ਪਿਆ ਹੈ। ਇਹਨੂੰ ਨੱਥ ਪਾਉਣੀ ਪਵੇਗੀ। 22 ਧਾਰ ਦੇ ਰਾਜੇ ਤੇਰੇ ਨਾਲ ਨੇ। ਔਰੰਗਜ਼ੇਬ ਨੇ ਪੰਜਾਬ ਦੇ ਇਰਦ ਗਿਰਦ, ਪੰਜਾਬ ਦੇ ਵਿਚਲੇ, ਕਿਉਂਕਿ ਵੱਡਾ ਦੇਸ਼ ਸੀ ਇਹ ਪੰਜਾਬ,
ਸਮੁੱਚੀ ਬਾਦਸ਼ਾਹੀ ਤਾਕਤ ਨੂੰ, ਆਪਣੇ ਹੁਕਮਰਾਨਾਂ ਨੂੰ ਹੁਕਮ ਕੀਤਾ। ਸੂਬਾ ਲਾਹੌਰ, ਸੂਬਾ ਸਰਹੰਦ, ਸੂਬਾ ਕਸ਼ਮੀਰ, ਸੂਬਾ ਜਲੰਧਰ 1704 ਈਸਵੀ ਵਿੱਚ, ਭਾਵ 1761 ਬਿਕਰਮੀ ਸੰਮਤ ਮਈ ਦਾ ਮਹੀਨਾ ਹੈ, ਗੁਰੂ ਗੋਬਿੰਦ ਸਿੰਘ ਪਾਤਸ਼ਾਹ ਨੂੰ ਆਨੰਦਾਂ ਦੀ ਪੁਰੀ 'ਚ ਘੇਰਾ ਪੈ ਗਿਆ। ਆਪਾਂ 40 ਮੁਕਤਿਆਂ ਤੱਕ ਪਹੁੰਚਣਾ। ਬਦਾਵਾ ਕਿਵੇਂ ਲਿਖਿਆ ਜਾਂਦਾ ਧਿਆਨ ਦਿਓ। ਔਰ ਤੁਸੀਂ ਹੈਰਾਨ ਹੋਗੇ ਵੀ ਉੱਤਰੀ ਭਾਰਤ ਦੀ ਸਾਰੀ ਫੌਜ ਆਨੰਦਪੁਰ ਨੂੰ ਘੇਰਾ ਪਾ ਕੇ ਬਹਿ ਗਈ ਹੈ। ਹੈਰਾਨੀ ਇਸ ਗੱਲ ਦੀ ਹੈ ਵੀ ਇੱਕ ਗੁਰੂ ਨਾਨਕ ਦੇ ਤਖਤ ਦਾ ਵਾਲੀ, ਜਿਸ ਨੂੰ ਫਕੀਰ ਕਹਿੰਦੇ ਨੇ ਲੋਕ, ਇੱਕ ਫਕੀਰ ਦਾ ਦਬਦਬਾ ਕੈਸਾ ਹੋਵੇਗਾ ਜਿਹਨੂੰ ਉੱਤਰੀ ਭਾਰਤ ਦੀ ਸਾਰੀ ਫੌਜ ਨੇ ਆ ਕੇ ਆਨੰਦਪੁਰ 'ਚ ਘੇਰਿਆ ਹੈ। ਇਹ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਦੀ ਬਰਕਤ ਕੈਸੀ ਹੋਵੇਗੀ। ਮਹਾਰਾਜ ਆਨੰਦਾਂ ਦੀ ਪੁਰੀ ਦੇ ਵਿੱਚ ਨੇ, ਘੇਰਾ ਪੈ ਜਾਂਦਾ ਹੈ। ਹੁਣ ਇਸ ਘੇਰੇ ਦੇ ਵਿੱਚ ਲਾਹੌਰ ਦੀ ਸਾਰੀ ਫੌਜ ਹੈ, ਜਲੰਧਰ ਦੀ ਸਾਰੀ ਫੌਜ ਹੈ, ਸੂਬਾ ਸਰਹੰਦ ਦੀ ਸਾਰੀ ਫੌਜ ਹੈ, ਸਾਰੇ ਧਾੜਵੀ, ਸਾਰੇ ਲੁਟੇਰੇ, ਗੁੱਜਰ, ਰੰਗੜ, ਇਹਨਾਂ ਨੂੰ ਵੀ ਭੀਮ ਚੰਦ ਨੇ ਨਾਲ ਲੈ ਲਿਆ ਹੈ ਵੀ ਗੁਰੂ ਘਰ ਧਨ ਬੜਾ ਚੜ੍ਹਦਾ ਹੈ, ਲੁਟੇਰੇ ਲੁੱਟਣਗੇ। ਕੁਝ ਲੁਟੇਰੇ ਨਾਲ ਰਲ ਗਏ ਔਰ ਇਹ ਗਵਾਹੀ ਇੱਕ ਮੁਸਲਮਾਨ ਨੇ ਭਰੀ ਹੈ। ਕਿਉਂਕਿ ਦੇਖੋ, ਮੈਂ ਕਿਸੇ ਸਿੱਖ ਦੀ ਰਚਨਾ ਤੁਹਾਡੇ ਨਾਲ ਸਾਂਝੀ ਕਰਾਂ ਵੀ ਲੱਖਾਂ ਦਾ ਘੇਰਾ ਹੈ, ਤੇ ਕੱਲ ਨੂੰ ਕੋਈ ਗੈਰ ਸਿੱਖ ਤਰਕ ਕਰ ਸਕਦਾ ਵੀ ਤੁਹਾਡੇ ਸਿੱਖਾਂ ਝੂਠ ਲਿਖ ਲਿਆ ਹੋਣਾ ਆਪਣੇ ਗੁਰੂ ਦੀ ਵਡਿਆਈ ਵਿੱਚ। 5 ਵਕਤ ਦਾ ਨਮਾਜ਼ੀ ਅੱਲਾ ਯਾਰ ਖਾਂ ਲਿਖਦਾ, ਕਹਿੰਦਾ ਅਦਾ ਕੀ ਫੌਜ ਕੇ ਨਾ ਸ਼ੁਮਾਰੋ ਹਿਸਾਬ ਥੇ। ਫਾਰਸੀ ਦੇ ਬੋਲ ਨੇ ਉਸ ਮਹਾਂਪੁਰਸ਼ ਦੇ। ਅਦਾ ਕੀ ਫੌਜ ਕੇ ना शुमारो हिसाब थे, सरदार फौज के एक नहीं 2 नवाब थे, और राजे कई पहाड़ के हम रकाब थे, सिंगों से बिश्त चंद यह शैखो शाब थे, सिखों की आरजू थी कि लड़के शहीद हों, मगर सतगुर यह चाहते थे ना जाया मुरीद हों। ਕਹਿੰਦੇ ਅਦਾ ਦੁਸ਼ਮਣ ਦੀ ਫੌਜ ਦਾ ਹਿਸਾਬ ਹੀ ਕੋਈ ਨਹੀਂ, ਇੰਨੀ ਇਕੱਠੀ ਹੋ ਗਈ, ਭਾਵ ਹਜ਼ਾਰੋਂ ਲੰਘ ਗਈ ਹੈ ਗੱਲ। ਇੰਨੇ ਸੂਬਿਆਂ ਦੀ ਫੌਜ ਹੈ, ਗਿਣਤੀ ਲੱਖਾਂ ਵਿੱਚ ਆ ਗਈ ਹੈ। ਆਨੰਦਪੁਰ ਸਾਹਿਬ ਨੂੰ ਹੁਣ ਅੰਦਾਜ਼ਾ ਲਾ ਲਓ ਤੁਸੀਂ, ਜਲੰਧਰ ਦਾ ਸੂਬਾ, ਕਸ਼ਮੀਰ ਦਾ ਸੂਬਾ, ਸਰਹੰਦ ਦਾ ਸੂਬਾ, 22 ਰਾਜੇ, ਇਹਨਾਂ ਦੀਆਂ ਫੌਜਾਂ, ਲੁਟੇਰੇ, 2-4 ਲੱਖ ਦੇ ਇੱਥੇ ਹੀ ਹੋ ਗਿਆ ਹੈ। ਉਹ ਚਮਕੌਰ ਨੂੰ 10 ਲੱਖ ਦਾ ਫਿਰ ਘੇਰਾ ਪਵੇਗਾ। ਲੱਖਾਂ ਵਿੱਚ ਖੇਡ ਬਣ ਗਈ। ਅੱਲਾ ਯਾਰ ਖਾਂ ਕਹਿੰਦਾ, ਉਹ ਕਹਿੰਦਾ ਸਿੰਘ ਚਾਹੁੰਦੇ ਨੇ ਸ਼ਹਾਦਤ ਪਾਈਏ, ਤੇ ਪਾਤਸ਼ਾਹ ਕਹਿੰਦੇ ਵਿਉਂਤਬੰਦੀ ਨਾਲ ਲੜੋ, ਐਵੇਂ ਵਾਧੂ ਜਾਨ ਨਹੀਂ ਗਵਾਉਣੀ। ਘੇਰਾ ਪੈ ਗਿਆ। ਹੁਣ ਗਰਮੀ ਲੰਘੀ, ਵਰਖਾ ਦਾ ਮੌਸਮ ਲੰਘਿਆ, ਪੋਹ ਦਾ ਮਹੀਨਾ ਚੜ੍ਹ ਗਿਆ, ਠੰਡ ਆ ਗਈ। ਜਿੰਨਾ ਚਿਰ ਜੰਗ ਲੜਦੇ ਰਹੇ ਭਾਰਤ ਵਰਸ਼ ਦੇ ਹੁਕਮਰਾਨ, ਗੁਰੂ ਸਾਹਿਬ ਨਾਲ ਨੁਕਸਾਨ ਪਹੁੰਚਦਾ ਰਿਹਾ। ਫਿਰ ਇਹਨਾਂ ਕਪਟ ਕੀਤਾ। ਇਹ ਕਹਿੰਦੇ ਨਹੀਂ, ਲੜ ਕੇ ਕੋਈ ਫਾਇਦਾ ਨਹੀਂ, ਇਹ ਹਾਰੇਗਾ ਨਹੀਂ। ਘੇਰਾਬੰਦੀ ਐਸੀ ਕਰ ਦਿਓ, ਕਿਸੇ ਵੀ ਰਸਤੇ ਆਨੰਦਪੁਰ ਦੇ ਕਿਲ੍ਹੇ ਅੰਦਰ ਨਾ ਰਾਸਣ ਜਾਵੇ ਤੇ ਨਾ ਜਾਲੀ ਜਾਵੇ। ਜਦੋਂ ਪਿਆਸੇ ਭੁੱਖੇ ਇਹ ਸਿੰਘ ਤੜਫਣਗੇ, ਜਾਂ ਤੇ ਭੁੱਖ ਦੀ ਮੌਤ ਮਰ ਜਾਣਗੇ, ਤੇ ਜਾਂ ਬਾਹਾਂ ਖੜੀਆਂ ਕਰਕੇ ਬਾਹਰ ਆ ਜਾਣਗੇ। ਕਪਟ ਕੀਤਾ ਗਿਆ। ਹੁਣ ਦੇਖੋ, ਭੁੱਖੇ ਭਾਣੇ ਸਿੰਘ ਲੜਦੇ ਨੇ। ਦੀਨ ਦੁਨੀਆ ਦੇ ਮਾਲਕ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ, ਜਦੋਂ ਸਿੰਘਾਂ ਦਾ ਰਾਸ਼ਨ ਪਾਣੀ ਮੁੱਕ ਗਿਆ, ਮੁੱਠੀ ਮੁੱਠੀ ਪਰ ਛੋਲੇ ਖਾ ਕੇ ਗੁਜ਼ਾਰਾ ਕਰਨਾ ਪਿਆ। ਘੋੜਿਆਂ ਦੀ ਖੁਰਾਕ ਛਕਣੀ ਪਈ। ਇੱਥੋਂ ਤੱਕ ਪੱਤੇ ਧੂ ਧੂ ਕੇ ਰੁੱਖਾਂ ਦੇ ਖਾਧੇ ਗਏ। ਔਰ ਐਸੇ ਉਹ ਸਿੱਖ ਨੇ ਗੁਰੂ ਕੇ, ਐਸੀ ਭਾਵਨਾ ਹੈ, ਰੁੱਖਾਂ ਦੀ ਖੱਲ ਲਾ ਕੇ ਨਾ, ਸੱਕ ਲਾ ਕੇ, ਪਾਣੀ ਵਿੱਚ ਉਬਾਲ ਕੇ ਉਹ ਜਲ ਛਕ ਲੈਂਦੇ ਨੇ। ਤੇ ਪੁੱਛੋ ਕੀ ਛਕਿਆ ਹੈ? ਕਹਿੰਦੇ ਸਦਾ ਗੁਲਾਬ ਛਕਿਆ ਹੈ।
ਰੰਚਕ ਮਾਤਰ ਵੀ ਉਲਾਮਾ ਨਹੀਂ, ਪਾਤਸ਼ਾਹ ਭੁੱਖੇ ਆ। ਸਮਾਂ ਲੰਘਦਾ ਗਿਆ। ਇਹ ਅੱਲਾ यार खां कहते ने प्यासे थे और भूख की शिद्दत भी कमाल थी मुख्तसर सी फौज और वो भी निडाल थी। थोड़ी जी फौज सी कलगीधर महाराज कोल, वो भी भुखे, वो भी प्यासे ने। अच्छा, जदों भोजन ना मिले, शरीर तो मिट्टी का है, भावना भावें ना मरे सिख दी, शरीर तो निढाल होवेगा ही ना, ये तो मिट्टी का है। पर इन्हां हार नहीं मनी, इन्हां सिर नहीं झुकाया। वो जिहड़ा राजा रतन राय ने प्रसादी हाथी दिता सी ना, चौर करदा सी पातशाह ते, वो भी भुख नाल तड़फ तड़फ के मर गया। घोड़े भुख दे नाल तड़फ तड़फ के मर गए। मौसम बदलते गए, फौज विच रोक पैदा होण लग गए। अखीर फौज ने सोचिया इन्हां नूं आनंदपुरों कढीए किसी तरह, तो फिर इन्हां ते हमला किया जाए। झूठियां कसमां दा दौर शुरू हो गया। 22 धार दे राजियां गऊ दियां कसमां खाधियां, मुगलिया सल्तनत ने कुरान दियां कसमां खाधियां। राजा भीम चंद कहलूरी दा पुरोहित परमानंद, जिसनूं पम्मा कहंदे ने, वो चिट्ठी लैके पातशाह कोल आया है। उन्हें आख्या महाराज किला छड्ड दिओ, तुहाडे वल कोई वेखेगा भी नहीं। कवि संतोख सिंह जी महाराज लिखते ने, लैकै पम्मा तिन्हों अमात, करत शब्द को भाखत बात। सौं खाधी गई। वो जिहड़े सिख भुखे लड़ रहे ने, वो कहंदे महाराज जे कहंदे ने आनंदपुर छड्डना है तो छड्ड दिंदे आ। वो कह तां रहे ने भी हमला नहीं करांगे। साडे ते गुरु विच यही फर्क है। तुहाडे मन विच की है मैं नहीं जानदा, मेरे मन विच की है तुसीं नहीं जानदे। पर जिहड़ा बापू नानक निरंकारी है, बिन बोलिया सब किश कहंदे सिखो, तुहानूं नहीं पता इन्हां दे अंदर कपट है। हुण 3 साल तो जंगां दा दौर चल रहा सी। 5-6 महीने इस घेरे नूं हो गए ने। एक जंग तो बाद एक शुरू हो जाती है, किते थोड़े दिन ही किते आराम मिलता है। सिंह भी थके ने, राशन भी नहीं मिल रहा। सिखां दी ख्वाहिश है भी किला छड्ड दिता जाए। पातशाह कहंदे तुहानूं यकीन नहीं है ते तुहानूं इन्हां फरेबी लोकां दा ढोंग जिहड़ा है प्रगट करके दिखा दिंदे हैं। महाराज ने पुरोहित नूं आख्या भी इदां करो, साडे कोल खजाना बड़ा है, खच्चरां गड्डे रथ घोड़े घल्लो अंदर, असी समान लदीए ते जाने हैं। गुरु गोबिंद सिंह साहिब सच्चे पातशाह ने गड्डियां दे उत्ते वस्त्र पाटे, जोड़े इट्टां पत्थर कंकर लदवा लए ते उत्ते रेशमी कपड़ियां दा पर्दा कर लिया, विछावा कर लिया। वो जदों खजाना समझी बैठे हुक्मरान इन्हां गड्डियां वल तकदे ने। किले चों निकलदियां समान ते गड्डियां ते रथां ते हल्ला बोल दिता। निकलना की सी उथे, इट्टां कंकर शर्मिंदे हो गए 22 धार दे राजे ते हुक्मरान। उंगलां ते दंदियां वड्डण लगे, पछतावा हथ रह गया। कलगीधर पातशाह अटारी ते खलो के मुस्कुराउंदे ने, ਸਿੰਘੋ जे कहना ना मन्निया हुंदा ते जिद्दां खलारा पिया तुहाडा खलारा पाउणा सी इन्हां ने इस तरह।